ਤੁਸੀਂ ਆਮ ਆਦਮੀ ਪਾਰਟੀ ਛੱਡ ਕੇ ਆਏ ਹੋ ਤੇ ਕਾਂਗਰਸ ਜੁਆਇਨ ਕੀਤੀ ਹੈ, ਕੋਈ ਖਾਸ ਵਜ੍ਹਾ ਹੈ? ਸਾਡੇ ਵਰਗੇ ਵਰਕਰਸ ਨੂੰ ਗਰਾਊਂਡ ਲੈਵਲ ਜਨਤਾ ਦੇ ਨਾਲ ਜੁੜੇ ਵਰਕਰਸ ਨੂੰ ਇਗਨੋਰ ਕੀਤਾ ਜਾ ਰਿਹਾ ਫੁੱਲੀ। ਹਾਈ ਕਮਾਂਡ ਨੂੰ ਅਪਰੋਚ ਕਰਦੀ ਰਹੀ ਕਿ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਡਿਊਟੀ ਦਿੱਤੀ ਜਾਏ, ਪਰ ਉਹ ਟਾਈਮ ਟੂ ਟਾਈਮ ਤੇ ਮੈਨੂੰ ਇਗਨੋਰ ਕਰਦੇ ਗਏ। ਇੰਨਾ ਕੰਮ ਕੀਤਾ, ਇੱਕ ਵਾਰ ਪੁੱਛਦੇ ਕਿ ਅਸੀਂ ਇਕੱਠੇ ਮਿਲ ਕੇ ਕੰਮ ਕਰੀਏ, ਮੈਨੂੰ ਉਹ ਤੱਕ ਨਹੀਂ ਪੁੱਛਿਆ ਗਿਆ। ਇਹ ਚਾਹੁੰਦੇ ਹੀ ਨਹੀਂ ਹੈ ਕਿ ਸਾਡੇ ਵਰਗੇ ਲੀਡਰਸ ਅੱਗੇ ਆ ਕੇ ਕਰਨ, ਸਪੈਸ਼ਲੀ ਵੂਮਨਸ। ਪਰ ਮੈਮ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦਾ ਲਗਾਤਾਰ ਦਾਅਵਾ ਕਰਦੇ, ਭਗਵੰਤ ਮਾਨ ਹੋਣੀ ਕਹਿੰਦੇ ਨੇ ਕਿ ਵੂਮਨ ਇੰਪਾਵਰਮੈਂਟ ਦੀ ਉਹ ਗੱਲ ਕਰਦੇ ਹੋ। 117 ਦੇ ਵਿੱਚੋਂ 33% ਕੋਟਾ ਪਾਰਲੀਮੈਂਟ ਦੇ ਵਿੱਚ ਕਨਸਟੀਟਿਊਸ਼ਨ ਦਾ ਲਾਅ ਪਾਸ ਹੋਇਆ। ਅਗਰ 33% ਦੀ ਗੱਲ ਕਰੀਏ, 6 ਤੋਂ 7 ਸੀਟਾਂ ਦੇਣੀਆਂ ਕਿਆ ਜਸਟੀਫਾਈਡ ਨੇ? ਪਰ ਜੇ ਦੇਖੀਏ ਮੈਮ ਕਾਂਗਰਸ ਦੇ ਵਿੱਚ ਤਾਂ ਹੁਣ ਉਹਨਾਂ ਵਿੱਚ ਵੀ ਗਹਿਮਾ ਗਹਿਮੀ ਹੈ ਪੂਰੀ। ਦਮਨ ਸਿੰਘ ਬਾਜਵਾ ਜੋ ਨੇ ਉਹ ਵੀ ਲਗਾਤਾਰ ਕਹਿ ਰਹੇ ਨੇ ਕਿ ਮੈਨੂੰ ਟਿਕਟ ਨਹੀਂ ਮਿਲੀ ਸੁਨਾਮ ਤੋਂ। ਵੂਮਨ ਇੰਪਾਵਰਮੈਂਟ ਦੀ ਗੱਲ ਸਾਰੇ ਹੀ ਕਰਦੇ ਨੇ, ਪਰ ਉਹਨੂੰ ਇੰਪਲੀਮੈਂਟ ਤੇ ਕੌਣ ਕਰ ਰਿਹਾ? ਕਿਹੜੀ ਤੁਹਾਨੂੰ ਪਾਲਿਸੀ ਲੱਗੀ ਕਾਂਗਰਸ ਦੀ ਕਿ ਇੰਪ੍ਰੈਸਿਵ ਹੈ ਕਿ ਤੁਸੀਂ ਕਾਂਗਰਸ ਦੇ ਵਿੱਚ ਸ਼ਾਮਲ ਹੋਏ? ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਮਨਦੀਪਜੋਤ ਸਿੰਘ, ਪਠਾਨਕੋਟ ਹਲਕੇ ਦੇ ਆਮ ਆਦਮੀ ਪਾਰਟੀ ਦੇ ਵੂਮਨ ਵਿੰਗ ਦੇ ਜੁਆਇੰਟ ਸੈਕਟਰੀ ਟੀਨਾ ਚੌਧਰੀ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਂ ਬਹੁਤ ਸ਼ੁਕਰੀਆ। ਮੈਂ ਤੁਸੀਂ ਆਮ ਆਦਮੀ ਪਾਰਟੀ ਛੱਡ ਕੇ ਆਏ ਹੋ ਤੇ ਕਾਂਗਰਸ ਜੁਆਇਨ ਕੀਤੀ ਹੈ, ਕੋਈ ਖਾਸ ਵਜ੍ਹਾ ਹੈ? ਦੇਖੋ ਸਰ, ਖਾਸ ਵਜ੍ਹਾ ਇਹੀ ਹੁੰਦੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੀ, ਮੈਂ ਇੱਕ ਬਹੁਤ ਛੋਟੀ ਜੀ ਵਰਕਰ ਔਰ ਪਠਾਨਕੋਟ ਹਲਕੇ ਦੀ ਦਾਅਵੇਦਾਰ ਵੀ ਰਹੀ ਹਾਂ ਔਰ ਪੰਜਾਬ ਦੀ ਸਪੋਕਸਪਰਸਨ ਔਰ ਜੁਆਇੰਟ ਸੈਕਟਰੀ ਵੂਮਨ ਵਿੰਗ ਵੀ ਰਹੀ ਹਾਂ। ਇੰਨਾ ਕੁਝ ਕਰਕੇ ਵੀ, ਹਲਕੇ ਨੂੰ ਅੱਗੇ ਵਧਾ ਕੇ ਵੀ ਸਾਡੇ ਵਰਗੇ ਵਰਕਰਸ ਨੂੰ, ਗਰਾਊਂਡ ਲੈਵਲ ਜਨਤਾ ਦੇ ਨਾਲ ਜੁੜੇ ਵਰਕਰਸ ਨੂੰ ਇਗਨੋਰ ਕੀਤਾ ਜਾ ਰਿਹਾ ਫੁੱਲੀ। ਔਰ ਟਿਕਟ ਹੀ ਸਭ ਕੁਝ ਨਹੀਂ ਹੁੰਦਾ। ਚਾਹੇ ਟਿਕਟ ਨਹੀਂ ਦਿੱਤੀ, 2 ਮਹੀਨੇ ਹੋ ਗਏ ਟਿਕਟ ਨੂੰ ਅਨਾਉਂਸ ਹੋਏ। ਮੈਂ ਪਾਰਟੀ ਨੂੰ ਕੱਲ ਤੱਕ ਹਾਈ ਕਮਾਂਡ ਨੂੰ ਅਪਰੋਚ ਕਰਦੀ ਰਹੀ ਕਿ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਡਿਊਟੀ ਦਿੱਤੀ ਜਾਏ, ਜਾਂ ਚਾਹੇ ਪੋਸਟਰ ਲਗਾਉਣ ਦੀ ਡਿਊਟੀ ਦਿੱਤੀ ਜਾਏ, ਹਲਕਾ ਦੇ ਵਿੱਚ ਕੋਈ ਕੈਂਪੇਨ ਕਰ ਸਕਾਂ, ਜਾਂ ਹਲਕਾ ਤੂਰੀ ਦੇ ਵਿੱਚ ਤੁਹਾਡੇ ਨਾਲ ਕਿਤੇ ਕੋਈ ਕੰਮ ਕਰ ਸਕਾਂ, ਮੈਨੂੰ ਕੋਈ ਰਿਸਪੌਂਸਿਬਿਲਿਟੀ ਦਿੱਤੀ ਜਾਏ। ਪਰ ਉਹ ਟਾਈਮ ਟੂ ਟਾਈਮ ਤੇ ਮੈਨੂੰ ਇਗਨੋਰ ਕਰਦੇ ਗਏ, ਮੈਨੂੰ ਲਿੰਗਰ ਔਨ ਕਰਦੇ ਗਏ। ਔਰ ਮੈਨੂੰ ਲੱਗਿਆ ਕਿ ਸ਼ਾਇਦ ਮੈਨੂੰ ਘਰ ਬੈਠੇ ਨੂੰ ਇਹ ਜ਼ੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜਾ ਕਿ ਅੱਜ ਪੰਜਾਬ ਦੇ ਵਿੱਚ ਸਾਰੇ ਹੀ ਵਰਕਰਸ ਦੇ ਨਾਲ ਇੱਦਾਂ ਹੋਇਆ। ਮੈਂ ਇਕੱਲੀ ਨਹੀਂ ਹੈਗੀ, ਬੜੇ ਹੀ ਐਸੇ ਮੇਰੇ ਤੋਂ ਕਈ ਜ਼ਿਆਦਾ ਕੰਮ ਕਰਨ ਵਾਲੇ, ਕਈ ਜ਼ਿਆਦਾ ਇਨਵੈਸਟਮੈਂਟਸ ਕਰਨ ਵਾਲੇ, ਅੱਜ ਉਹਨਾਂ ਨੂੰ ਪਾਰਟੀ ਨੇ ਸਾਈਡ ਤੇ ਕਰਕੇ ਪੈਰਾਸ਼ੂਟ ਐਂਟਰੀਜ਼ ਦੇ ਕੇ ਇਹ ਸਾਬਿਤ ਕੀਤਾ ਆਪਣੇ ਫੰਡਾਮੈਂਟਲ ਔਰ ਪ੍ਰਿੰਸੀਪਲਸ ਤੋਂ ਬਾਹਰ ਆ ਕੇ ਕੰਮ ਕਰ ਰਹੇ ਨੇ। ਔਰ ਮੈਨੂੰ ਲੱਗਦਾ ਕਿ ਇੰਨਾ ਓਵਰ ਕੌਨਫੀਡੈਂਟ ਹੋਣਾ ਚੰਗਾ ਨਹੀਂ ਹੈ। ਮੈਨੂੰ ਇੱਕ ਉਮੀਦ ਸੀ ਕਿ ਮੇਰੇ ਲੋਕਲ ਲੀਡਰਸ਼ਿਪ ਕਿਸੇ ਤਰ੍ਹਾਂ ਦੇ ਨਾਲ ਜਿਹੜੇ ਉਮੀਦਵਾਰ ਨੇ ਉਹ ਮੈਨੂੰ ਪਰਸਨਲ ਅਪਰੋਚ ਕਰਦੇ। ਇੰਨਾ ਕੰਮ ਕੀਤਾ, ਇੱਕ ਵਾਰ ਪੁੱਛਦੇ ਕਿ ਅਸੀਂ ਇਕੱਠੇ ਮਿਲ ਕੇ ਕੰਮ ਕਰੀਏ, ਮੈਨੂੰ ਉਹ ਤੱਕ ਨਹੀਂ ਪੁੱਛਿਆ ਗਿਆ। ਸੋ ਆਈ ਫੀਲ ਬਹੁਤ ਹੋ ਗਈ ਵੇਟ। 2 ਮਹੀਨੇ ਬਹੁਤ ਹੁੰਦੇ ਨੇ ਵੇਟ ਕਰਨ ਨੂੰ। 2 ਮਹੀਨਿਆਂ 'ਚ 60 ਦਿਨ ਹੁੰਦੇ ਨੇ। 60 ਦਿਨ ਥੋੜ੍ਹੇ ਨਹੀਂ ਹੁੰਦੇ। ਇਲੈਕਸ਼ਨ ਸਿਰ 'ਤੇ ਨੇ, ਮੈਂ ਲੋਕਾਂ ਦੇ ਕੰਮ ਕਰਨ ਆਈ ਹਾਂ। ਲੋਕੀ ਵਰਕਰਸ ਮੇਰੇ ਆ ਕੇ ਪੁੱਛਦੇ ਨੇ ਮੈਨੂੰ ਕਿ ਮੈਡਮ ਕੀ ਕਰੀਏ, ਕਿਹਨੂੰ ਵੋਟ ਦੇਣੀ ਹੈ? ਤੁਹਾਡੀ ਕਦਰ ਨਹੀਂ, ਸਾਡੀ ਕਿੱਥੋਂ ਕਦਰ ਹੋਏਗੀ? ਸੋ ਮੈਂ ਥੱਕ ਗਈ ਸੀ ਉਹਨਾਂ ਨੂੰ ਕਹਿ ਕੇ ਪਲੀਜ਼ ਵੇਟ ਕਰੋ, ਸਾਡੀ ਪਾਰਟੀ ਸਾਡੇ ਲਈ ਹਿੱਤ 'ਚ ਜ਼ਰੂਰ ਖੜੀ ਹੋਏਗੀ। ਪਰ ਐਟ ਦੀ ਐਂਡ ਮੈਨੂੰ ਇਹੀ ਨਜ਼ਰ ਆਇਆ ਕਿ ਸ਼ਾਇਦ ਇਹਨਾਂ ਕੋਲ ਕੋਈ ਹੋਰ ਆਪਸ਼ਨ ਹੀ ਨਹੀਂ ਹੈਗਾ। ਇਹ ਸਾਡੇ ਵਰਗੇ ਵਰਕਰਸ ਨੂੰ ਕੋਈ ਕਦਰ ਪਾਣਾ ਹੀ ਨਹੀਂ ਚਾਹੁੰਦੇ। ਇਹ ਚਾਹੁੰਦੇ ਹੀ ਨਹੀਂ ਹੈ ਕਿ ਸਾਡੇ ਵਰਗੇ ਲੀਡਰਸ ਅੱਗੇ ਆ ਕੇ ਕਰਨ, ਸਪੈਸ਼ਲੀ ਵੂਮਨਸ ਕਿੱਦਾਂ ਅੱਗੇ ਆ ਜਾਣ। ਸਾਡੀ ਲੋਕਲ ਲੀਡਰਸ਼ਿਪ ਨੇ ਮੇਰੇ ਜੈਸੀ ਵੂਮਨ ਨੂੰ ਇੱਕ ਸਾਈਡ ਤੇ ਕਰਕੇ ਮੈਜੋਰਟੀ ਦੇ ਨਾਲ ਇੱਕ ਐਸਾ ਲੀਡਰ ਸਾਹਮਣੇ ਪੇਸ਼ ਕੀਤਾ ਜਿਹੜਾ ਕਿ ਬਿਲਕੁਲ ਵੀ ਕੈਪੇਬਲ ਨਹੀਂ। ਪਰ ਮੈਮ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦਾ ਲਗਾਤਾਰ ਦਾਅਵਾ ਕਰਦੇ, ਭਗਵੰਤ ਮਾਨ ਹੋਣੀ ਕਹਿੰਦੇ ਨੇ ਕਿ ਵੂਮਨ ਇੰਪਾਵਰਮੈਂਟ ਦੀ ਉਹ ਗੱਲ ਕਰਦੇ ਹੋ। ਕਹਿੰਦੇ ਅਸੀਂ ਤਾਂ 6 ਤੋਂ 7 ਟਿਕਟਾਂ ਵੂਮਨ ਜਿਹੜੇ ਹੈਗੇ ਉਹਨਾਂ ਨੂੰ ਕੈਂਡੀਡੇਟ ਅਨਾਉਂਸ ਕੀਤੇ ਨੇ। ਤੇ 117 ਦੇ ਵਿੱਚੋਂ 33% ਕੋਟਾ ਪਾਰਲੀਮੈਂਟ ਦੇ ਵਿੱਚ ਕਨਸਟੀਟਿਊਸ਼ਨ ਦਾ ਲਾਅ ਪਾਸ ਹੋਇਆ। ਉਸ ਲਾਅ ਦੇ ਵਿੱਚ ਅਗਰ 33% ਦੀ ਗੱਲ ਕਰੀਏ, 6 ਤੋਂ 7 ਸੀਟਾਂ ਦੇਣੀਆਂ ਕਿਆ ਜਸਟੀਫਾਈਡ ਨੇ? ਪਰ ਜੇ ਦੇਖੀਏ ਮੈਮ ਕਾਂਗਰਸ ਦੇ ਵਿੱਚ ਤਾਂ ਹੁਣ ਉਹਨਾਂ ਵਿੱਚ ਵੀ ਗਹਿਮਾ ਗਹਿਮੀ ਹੈ ਪੂਰੀ। ਦਮਨ ਸਿੰਘ ਬਾਜਵਾ ਜੋ ਨੇ ਉਹ ਵੀ ਲਗਾਤਾਰ ਕਹਿ ਰਹੇ ਨੇ ਕਿ ਮੈਨੂੰ ਟਿਕਟ ਨਹੀਂ ਮਿਲੀ ਸੁਨਾਮ ਤੋਂ। ਉਹ ਵੀ ਵੂਮਨ ਇੰਪਾਵਰਮੈਂਟ ਦੀ ਗੱਲ ਕਰਦੇ ਨੇ। ਦੇਖੋ, ਵੂਮਨ ਇੰਪਾਵਰਮੈਂਟ ਦੀ ਗੱਲ ਸਾਰੇ ਹੀ ਕਰਦੇ ਨੇ, ਪਰ ਉਹਨੂੰ ਇੰਪਲੀਮੈਂਟ ਤੇ ਕੌਣ ਕਰ ਰਿਹਾ? ਸਾਡੇ ਵਰਗੇ ਲੀਡਰਸ ਅੱਗੇ ਆਣਗੇ ਤਾਂ ਹੀ ਇੰਪਲੀਮੈਂਟੇਸ਼ਨਸ ਹੋਣ ਪਾਉਣਗੀਆਂ। ਕਿਉਂਕਿ ਅੱਜ ਕੱਲ੍ਹ ਪੰਜਾਬ ਦੇ ਵਿੱਚ ਔਰਤਾਂ ਨੂੰ ਅੱਗੇ ਖੜਾ ਕਰਨ ਲਈ ਜਾਂ ਘਰੋਂ ਬਾਹਰ ਨਿਕਲਣ ਲਈ 100 ਵਾਰੀ ਸੋਚਣਾ ਪੈਂਦਾ। ਪਰ ਉਹ ਸੋਚ ਦੇ ਲਈ ਮੇਰੇ ਪੇਰੈਂਟਸ ਨੇ ਮੈਨੂੰ ਅਲਾਉ ਕੀਤਾ ਔਰ ਮੈਨੂੰ ਲੱਗਦਾ ਇਹ ਲਾਅ ਪਾਸ ਕਰਨ ਲਈ ਮੇਰੇ 'ਚ ਕੈਪੇਬਿਲਿਟੀ। ਮੈਂ ਇਸ ਚੀਜ਼ ਨੂੰ ਸੰਵਿਧਾਨ ਦੇ ਵਿੱਚ, ਕਨਸਟੀਟਿਊਸ਼ਨ ਲਾਅ ਪਾਸ ਕਰਵਾ ਕੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਮੇਰੇ ਨਾਲ ਬੀਤਿਆ ਉਹ ਕਿਸੇ ਹੋਰ ਲੜਕੀ ਨਾਲ ਨਾ ਬੀਤੇ। ਪਠਾਨਕੋਟ ਹਲਕੇ ਦੀ ਜੇਕਰ ਗੱਲ ਕਰੀਏ ਤਾਂ ਮਿੱਤ ਵਿੱਚ ਇੱਥੋਂ ਕਾਂਗਰਸ ਤਰਫੋਂ ਇਲੈਕਸ਼ਨ ਲੜ ਰਹੇ ਨੇ। ਸਾਹਮਣੇ ਅਸ਼ਵਨੀ ਸ਼ਰਮਾ ਨੇ, ਪੰਜਾਬ ਪ੍ਰਧਾਨ ਨੇ ਬੀਜੇਪੀ, ਤੇ ਬੀਜੇਪੀ ਨਾਰਾ ਵੀ ਦੇ ਰਹੀ ਹੈ ਕਿ ਨਵਾਂ ਪੰਜਾਬ ਬੀਜੇਪੀ ਦੇ ਨਾਲ। ਇਸ ਦੇ ਬਾਰੇ ਕੀ ਕਹਿਣਾ ਚਾਹੋ? ਮੁਕਾਬਲਾ ਕਿਸ ਨਾਲ ਦੇ?
ਦੇਖੋ ਪੰਜਾਬ ਦੇ ਵਿੱਚ ਬੀਜੇਪੀ ਕਿੱਥੇ ਸਟੈਂਡ ਕਰ ਰਹੀ ਹੈ ਅਸੀਂ ਸਾਰੇ ਹੀ ਜਾਣਦੇ ਹਾਂ। ਕਿਸਾਨਾਂ ਦਾ ਮੁੱਦਾ ਬਹੁਤ ਵੱਡਾ ਮੁੱਦਾ ਬਣ ਚੁੱਕਿਆ ਸੀਗਾ ਔਰ ਉਸ ਮੁੱਦੇ ਦੇ ਉੱਤੇ ਇਦਾਂ ਨਹੀਂ ਹੋਇਆ ਕਿ ਬੀਜੇਪੀ ਨੇ ਆਂਦੇ ਹੀ ਉਹਨਾਂ ਦੇ ਉੱਤੇ ਜੋ ਲਾਅ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, 3 ਕਾਨੂੰਨ ਜਿਹੜੇ ਲਾਗੂ ਕਰਨੇ ਚਾਹੇ ਉਹਨਾਂ ਨੂੰ ਆਂਦੇ 1 ਮਹੀਨੇ ਬਾਅਦ ਹੀ ਕੈਂਸਲ ਕਰ ਦਿੱਤਾ। ਉਹਦੇ ਵਿੱਚ 700 ਜਿਹੜੇ ਕਿਸਾਨ ਭਰਾ ਨੇ ਉਹ ਸ਼ਹੀਦੀਆਂ ਪਾ ਕੇ ਉਸ ਕਾਨੂੰਨਾਂ ਨੂੰ ਰੱਦ ਕਰਵਾ ਕੇ ਆਏ ਨੇ ਤੇ ਬੀਜੇਪੀ ਦਾ ਮਾਹੌਲ ਲੋਕਾਂ ਦੇ ਦਿਲਾਂ 'ਚੋਂ ਉਤਰ ਚੁੱਕੇ ਨੇ। ਉਹ ਫੁੱਲ ਦੇ ਨਿਸ਼ਾਨ ਨੂੰ ਦੇਖ ਕੇ ਉਹ ਸੋਚ ਵੀ ਨਹੀਂ ਸਕਦੇ ਕਿ ਅਸੀਂ ਇੱਥੇ ਵੋਟ ਪਾਈਏ, ਕਿਸ ਤਰ੍ਹਾਂ ਵੋਟ ਪਾਈਏ। ਪਠਾਨਕੋਟ ਹਲਕੇ ਬਾਰੇ ਕੀ ਦੇਖਦੇ ਹੋ? ਅਸ਼ਵਨੀ ਸ਼ਰਮਾ ਨੇ ਪੰਜਾਬ ਪ੍ਰਧਾਨ ਨੇ ਬੀਜੇਪੀ ਦੇ। ਅਸ਼ਵਨੀ ਸ਼ਰਮਾ ਜੀ ਪੰਜਾਬ ਪ੍ਰਧਾਨ ਜ਼ਰੂਰ ਨੇ, ਉਹਨਾਂ ਨੇ ਕੰਮ ਕੀਤਾ ਜੋ ਵੀ ਕੀਤਾ। ਮੈਂ ਉਹਨਾਂ ਨੂੰ ਪਰਸਨਲੀ ਕੁਝ ਜ਼ਿਆਦਾ ਅੱਛੇ ਤਰ੍ਹਾਂ ਤੌਰ ਤੇ ਨਹੀਂ ਜਾਣਦੀ, ਗੱਲਾਂ ਸੁਣੀਆਂ ਨੇ ਮੈਂ ਉਹਨਾਂ ਦੀਆਂ, ਬਟ ਅੱਜ ਦੀ ਡੇਟ ਦੇ ਵਿੱਚ ਲੋਕੀ ਸਮਝ ਚੁੱਕੇ ਨੇ, ਇਹਨਾਂ ਨੂੰ ਪਰਖ ਚੁੱਕੇ ਨੇ, ਆਲਰੇਡੀ ਪਰਖ ਕੇ ਦੇਖ ਲਿਆ ਇਹਨਾਂ ਨੇ, ਹਾਰ ਵੀ ਚੁੱਕੇ ਨੇ ਇੱਕ ਵਾਰੀ ਆਲਰੇਡੀ, ਕੋਈ ਗੱਲ ਨਹੀਂ ਫੇਰ ਉਤਰੇ ਨੇ। ਬਟ ਅਮਿਤ ਵਿਜ ਜੀ ਜਦੋਂ ਆਂਦੇ ਹੀ ਉਹਨਾਂ ਨੇ ਜਿੱਤ ਹਾਸਿਲ ਕੀਤੀ। ਹੁਣ ਦੂਸਰੀ ਵਾਰ ਇਲੈਕਸ਼ਨਸ ਆ ਰਹੇ ਨੇ, ਅਸੀਂ ਮੇਰੇ ਵਰਗੇ ਵੋਲੰਟੀਅਰਸ ਨੂੰ ਅਗਰ ਇੰਨਾ ਮਾਨ ਸਨਮਾਨ ਦੇਣਗੇ ਤੇ ਮੈਂ ਖੁਦ ਕੋਸ਼ਿਸ਼ ਕਰਾਂਗੀ ਇਸ ਵਾਰੀ ਇਲੈਕਸ਼ਨਸ ਵੀ ਇਹਨਾਂ ਨੂੰ ਜਿਤਾ ਕੇ ਅੱਗੇ ਲਿਆ ਕੇ ਝੋਲੀ 'ਚ ਪਾਉਣ ਦੀ ਕੋਸ਼ਿਸ਼ ਕਰੇ। ਔਰ ਮੈਨੂੰ ਲੱਗਦਾ ਹੈ ਪਠਾਨਕੋਟ ਦੇ ਵਿੱਚ 2 ਹੀ ਕੰਪੀਟੀਸ਼ਨ 'ਚ ਨੇ, ਇੱਕ ਕਾਂਗਰਸ ਹੈ ਔਰ ਇੱਕ ਬੀਜੇਪੀ ਹੈ। ਆਮ ਆਦਮੀ ਪਾਰਟੀ ਨੂੰ ਮੈਂ ਕਿਤੇ ਕੰਸੀਡਰ ਨਹੀਂ ਕਰਦਾ। ਮੇਰਾ ਲਾਸਟ ਕੁਐਸਚਨ ਹੈ ਮੈਮ, ਤੁਸੀਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਹੋ, ਕਿਹੜੀ ਤੁਹਾਨੂੰ ਪਾਲਿਸੀ ਲੱਗੀ ਕਾਂਗਰਸ ਦੀ ਕਿ ਇੰਪ੍ਰੈਸਿਵ ਹੈ ਕਿ ਤੁਸੀਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ? ਸਭ ਤੋਂ ਵੱਡੀ ਗੱਲ ਜਿਹੜੀ ਹਾਈ ਲੀਡਰਸ਼ਿਪ ਹੈ, ਦੇ ਆਰ ਵੂਮਨਸ ਐਂਡ ਦੇ ਆਰ ਸਟਾਰਟਿੰਗ ਟੂ ਪ੍ਰਮੋਟ ਵੂਮਨਸ। ਉਹ ਚਾਹੁੰਦੇ ਨੇ ਕਿ ਵੂਮਨਸ ਦੀ ਸ਼ੁਰੂਆਤ ਜਿਹੜੀ ਹੈਗੀ ਹੈ ਹੱਕ ਦੀ ਲੜਾਈ ਲੜਨ ਵਾਸਤੇ ਵੂਮਨਸ ਅੱਗੇ, ਕਿਉਂਕਿ ਉਹ ਖੁਦ ਵੂਮਨਸ ਨੇ। ਔਰ ਮੈਨੂੰ ਲੱਗਦਾ ਹੈ ਕਿ ਸਾਡੇ ਵਰਗੀ ਵੂਮਨਸ ਨੂੰ ਉਹ ਦੇਖਣਗੇ, ਸਰਾਹਣਗੇ, ਪਰਖਣਗੇ। ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਸਾਡਾ ਪੰਜਾਬ ਦਾ ਖੁਸ਼ਹਾਲ ਪੰਜਾਬ ਬਣ ਸਕਦਾ ਹੈ। ਔਰ ਇਹਨਾਂ ਨੀਤੀਆਂ ਨੂੰ ਸੋਚ ਕੇ ਜਿੱਦਾਂ ਉਹਨਾਂ ਨੇ ਯੂਪੀ ਦੇ ਵਿੱਚ 40% ਕੋਟਾ ਵੂਮਨਸ ਦਾ ਕੀਤਾ, ਸ਼ਾਇਦ ਇੱਥੇ ਪੰਜਾਬ 'ਚ ਵੀ ਹੋਇਆ ਹੁੰਦਾ ਇਹਨਾਂ ਵੱਲੋਂ ਜਾਂ ਇਹਨਾਂ ਦੀ ਆਮ ਆਦਮੀ ਪਾਰਟੀ ਵੱਲੋਂ, ਤੇ ਅੱਜ ਸਾਡੀਆਂ ਵਰਗੀਆਂ ਔਰਤਾਂ ਅੱਗੇ ਆ ਕੇ ਹੱਕ ਦੀ ਲੜਾਈ ਲੜਨ ਲਈ ਇਲੈਕਸ਼ਨਸ ਲੜ ਰਹੇ ਹੁੰਦੇ। ਸੋ ਇਲੈਕਸ਼ਨ, ਮੈਂ ਫਿਰ ਕਹਾਂਗੀ, ਇਲੈਕਸ਼ਨ ਇਜ਼ ਨਾਟ ਅ ਪਾਰਟ, ਬਟ ਪਾर्टी वर्करों को, लेडीज़ को कम लैके पानी दी बुशारां खा के धरने लगा के झंडे चुक के सिर्फ उन्होंने यूज़ करके साइड ते कर देन, बिल्कुल भी एक्सेप्टेबल नहीं। मैं तो बिल्कुल नहीं करांगी। थैंक यू सो मच। ਤਾਂ ਸਾਡੇ ਨਾਲ ਸਨ ਨਿਊਲੀ ਜੁਆਇੰਡ ਕਾਂਗਰਸ ਨੂੰ ਜਿਨ੍ਹਾਂ ਨੇ ਜੁਆਇਨ ਕੀਤਾ ਹੈ ਆਮ ਆਦਮੀ ਪਾਰਟੀ ਤੋਂ ਮਹਿਲਾ ਵਿੰਗ ਦੇ ਜੁਆਇੰਟ ਸੈਕਟਰੀ ਟੀਨਾ ਚੌਧਰੀ। ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਲਈ ਅਸੀਂ ਕੰਮ ਕੀਤਾ, ਅਸੀਂ ਪਾਣੀ ਦੀਆਂ ਬੁਛਾੜਾਂ ਆਪਣੇ ਦੇ ਖਾਧੀਆਂ ਤੇ ਲੇਕਿਨ ਐਂਡ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਾਨੂੰ ਨਕਾਰਤਾ, ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ। ਕੈਮਰਾਮੈਨ ਗੁਰਮੀਤ ਦੇ ਨਾਲ ਮਨਦੀਪ ਜੋਤ, ਪਠਾਨਕੋਟ।